ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀਵਨ ਸਾਖੀਆਂ ਧੰਨ ਧੰਨ ਸੰਤ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲੇ ਮਹਾਂਪੁਰਖ। ਪੁਸਤਕ ਪੂਰਨ ਸੋਈ ਸੰਤ ਲੜੀਵਾਰ। ਨਿਰਮਲੇ ਸਾਧੂ ਦੇ ਬਾਬਾ ਜੀ ਪਰਥਾਏ ਬਚਨ। ਸਾਰੇ ਹੀ ਸੰਤ ਮਹਾਂਪੁਰਖ ਬਾਬਾ ਜੀ ਦਾ ਬੜਾ ਸਤਿਕਾਰ ਕਰਦੇ ਸਨ। ਸ੍ਰੀ ਗੋਇੰਦਵਾਲ ਸਾਹਿਬ ਦੇ ਨਜ਼ਦੀਕ ਵੀ ਇੱਕ ਨਿਰਮਲੇ ਸਾਧੂ ਮਹਾਤਮਾ ਜੀ ਰਹਿੰਦੇ ਸਨ। ਇਲਾਕੇ ਦੀ ਸੰਗਤ ਮਹਾਤਮਾ ਜੀ ਦੇ ਕੋਲ ਸਤਸੰਗ ਵਿੱਚ ਹਾਜ਼ਰੀ ਭਰਦੀ ਹੁੰਦੀ ਸੀ। ਪਿੰਡ ਧੁੰਦੇ ਦਾ ਇੱਕ ਸਰਪੰਚ ਸੀ, ਉਹ ਵੀ ਮਹਾਤਮਾ ਜੀ ਦੇ ਦਰਸ਼ਨ ਕਰਨ ਆਉਂਦਾ ਸੀ। ਸਰਪੰਚ ਸਾਹਿਬ ਦਾ ਜਥੇਦਾਰ ਅਜੀਤ ਸਿੰਘ ਹੋਰਾਂ ਦੇ ਨਾਲ ਵੀ ਪ੍ਰੇਮ ਸੀ। ਇੱਕ ਦਿਨ ਜਥੇਦਾਰ ਜੀ ਹੋਰਾਂ ਨੇ ਗੁਰਦੁਆਰਾ ਸੰਗਤਸਰ ਸਾਹਿਬ ਘਣੂਪੁਰ ਕਾਲੇ ਵਿਖੇ ਆਉਣਾ ਸੀ। ਸਰਪੰਚ ਵੀ ਜਥੇਦਾਰ ਜੀ ਹੋਰਾਂ ਦੇ ਨਾਲ ਹੀ ਬਾਬਾ ਜੀ ਦੇ ਦਰਸ਼ਨ ਕਰਨ ਲਈ ਘਣੂਪੁਰ ਕਾਲੇ ਆ ਗਿਆ। ਬਾਬਾ ਜੀ ਦੀ ਸੰਗਤ ਕੀਤੀ, ਅਧਿਆਤਮਕ ਬਚਨ ਸਰਵਣ ਕੀਤੇ। ਦਿਹਾੜੀ ਖੰਡ ਗੁਰਦੁਆਰਾ ਸੰਗਤਸਰ ਸਾਹਿਬ ਵਿਖੇ ਠਹਿਰੇ। ਜਿਉ ਬਚਨ ਪੀਐ ਮਿਸ਼ਟੰ ਸਾਧ ਸੰਗ ਹਰਿ ਨਾਨਕ ਦਾਸ ਮਿਸ਼ਟੰ ਪ੍ਰਭ ਦਰਸ਼ਨੰ। 2-3 ਦਿਨਾਂ ਬਾਅਦ ਸਰਪੰਚ ਸਾਹਿਬ ਵਾਪਸ ਧੁੰਦੇ ਆਏ ਤੇ ਨੇਮ ਅਨੁਸਾਰ ਨਿਰਮਲੇ ਮਹਾਤਮਾ ਜੀ ਦੇ ਦਰਸ਼ਨ ਕਰਨ ਲਈ ਗਏ। ਨਮਸਕਾਰ ਕਰਕੇ ਮਹਾਤਮਾ ਜੀ ਦੇ ਕੋਲ ਬੈਠ ਗਏ। ਮਹਾਤਮਾ ਜੀ ਨੇ ਸੁਭਾਵਕ ਹੀ ਬਚਨ ਕੀਤਾ ਕਿ ਸਰਪੰਚ ਸਾਹਿਬ ਤੁਸੀਂ 2 ਦਿਨ ਆਏ ਨਹੀਂ। ਸਰਪੰਚ ਸਾਹਿਬ ਨੇ ਦੱਸਿਆ ਕਿ ਮਹਾਤਮਾ ਜੀ ਮੈਂ ਜਥੇਦਾਰ ਜੀ ਹੋਰਾਂ ਦੇ ਨਾਲ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲਿਆਂ ਦੇ ਦਰਸ਼ਨ ਕਰਨ ਲਈ ਘਣੂਪੁਰ ਕਾਲੇ ਗਿਆ ਸੀ। 2 ਦਿਨ ਮੈਂ ਉੱਥੇ ਹੀ ਸੀ। ਬਾਬਾ ਜੀ ਕੁੱਲੀ ਵਾਲਿਆਂ ਦਾ ਨਾਮ ਸੁਣ ਕੇ ਮਹਾਤਮਾ ਜੀ ਨੇ ਹੱਥ ਜੋੜ ਲਏ। ਧੰਨ ਬਾਬਾ ਦਰਸ਼ਨ ਸਿੰਘ ਜੀ ਆਖ ਕੇ ਉੱਥੋਂ ਹੀ ਬਾਬਾ ਜੀ ਨੂੰ ਨਮਸਕਾਰ ਕੀਤੀ। ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਫਿਰ ਸਰਪੰਚ ਨੂੰ ਬਚਨ ਕੀਤਾ, ਉਹ ਉੱਥੇ ਪਹੁੰਚ ਗਿਆ ਸੀ ਤੇ ਤੂੰ ਫਿਰ ਇੱਥੇ ਕੀ ਲੈਣ ਆਇਆ? ਸਾਰਾ ਕੁਝ ਤੇ ਉੱਥੇ ਸੀ। ਬਾਬਾ ਦਰਸ਼ਨ ਸਿੰਘ ਅਕਾਲ ਪੁਰਖ ਦਾ ਹੀ ਸਰੂਪ ਹਨ। ਇੱਕ ਮਿਕ ਪਰਮੇਸ਼ਰ ਦੇ ਨਾਲ ਹੋ ਗਏ ਹਨ। ਤਤ ਨਿਰੰਜਨ ਜੋਤ ਸਵਾਈ ਸੋਹੰ ਭੇਦ ਨ ਕੋਈ ਜੀਓ। ਉਸ ਮਹਾਤਮਾ ਜੀ ਨੇ ਬਾਬਾ ਜੀ ਪਰਥਾਏ ਐਸੇ ਪ੍ਰੇਮ ਭਾਵਨਾ ਵਾਲੇ ਬਚਨ ਕੀਤੇ ਅਤੇ ਬੜੇ ਰੰਗ ਵਿੱਚ ਆ ਗਏ। ਐਸੀ ਬ੍ਰਹਮ ਗਿਆਨੀ ਪੂਰਨ ਹਸਤੀ ਬਾਬਾ ਜੀ ਸਨ ਕਿ ਕੋਈ ਪਿਆਰ ਵਾਲਾ ਹਿਰਦਾ ਹੋਵੇ ਤਾਂ ਬਾਬਾ ਜੀ ਦਾ ਨਾਮ ਸੁਣਦਿਆਂ ਹੀ ਹੱਥ ਜੁੜ ਜਾਂਦੇ ਸਨ, ਬਲਹਾਰ ਜਾਂਦੇ ਸਨ। ਐਸੇ ਮਹਾਂਪੁਰਖਾਂ ਤੋਂ ਬ੍ਰਹਮਚਾਰੀ ਸਾਧੂ ਨਾਲ ਭੇਟ। ਇੱਕ ਵੇਰਾ ਇੱਕ ਬ੍ਰਹਮਚਾਰੀ ਸੰਤ ਨਾਲ ਵੀ ਬਾਬਾ ਜੀ ਦੀ ਭੇਂਟ ਹੋਈ। ਉਹ ਸੰਤ ਆਪਣੇ ਸੇਵਕਾਂ ਨਾਲ ਬਾਬਾ ਜੀ ਦੇ ਦਰਸ਼ਨ ਕਰਨ ਲਈ ਘਣੂਪੁਰ ਕਾਲੇ ਵਿਖੇ ਆਇਆ। ਫਤਿਹ ਦੀ ਸਾਂਝ ਕਰਕੇ ਬਾਬਾ ਜੀ ਦੇ ਕੋਲ ਬੈਠ ਗਿਆ। ਬਾਬਾ ਜੀ ਨੇ ਸੁਭਾਵਕ ਹੀ ਬਚਨ ਕਰ ਦਿੱਤਾ ਕਿ ਜਿਸ ਸਾਧ ਨੇ 2 ਪੁੱਤ ਤੇ 1 ਧੀ ਨਹੀਂ ਜੰਮੀ, ਉਹ ਸਾਧ ਨਰਕਾਂ ਨੂੰ ਜਾਣਗੇ। ਇਹ ਬਚਨ ਸੁਣ ਕੇ ਬ੍ਰਹਮਚਾਰੀ ਸਾਧ ਤੇ ਉਸ ਦੇ ਸੇਵਕ ਬੜੇ ਹੈਰਾਨ ਹੋਏ ਕਿ ਬਾਬਾ ਜੀ ਨੇ ਇਹ ਕੈਸਾ ਵਚਨ ਕਰ ਦਿੱਤਾ ਹੈ। ਉਹਨਾਂ ਦੇ ਮਨ ਦੀ ਇਹ ਅਵਸਥਾ ਦੇਖ ਕੇ ਅੰਤਰਜਾਮੀ ਬਾਬਾ ਜੀ ਕੁੱਲੀ ਵਾਲੇ ਮੁਸਕਰਾ ਪਏ ਤੇ ਕਹਿੰਦੇ ਕਿ ਮਹਾਂਪੁਰਖੋ, ਅਸੀਂ ਇਹਨਾਂ ਲੱਲਿਆਂ ਗੱਲਿਆਂ ਦੁਨਿਆਵੀ ਧੀਆਂ ਪੁੱਤਾਂ ਦੀ ਗੱਲ ਨਹੀਂ ਕਰਦੇ ਪਏ। ਅਸੀਂ ਤਾਂ ਕਿਹਾ ਕਿ ਜਿਸ ਨੇ ਗਿਆਨ ਤੇ ਧਰਮ ਰੂਪੀ 2 ਪੁੱਤ ਤੇ ਧੀਰਜ ਰੂਪੀ ਧੀ ਨਹੀਂ ਜੰਮੀ, ਉਹ ਸਾਧ ਨਰਕਾਂ ਨੂੰ ਜਾਣਗੇ। ਬਾਬਾ ਜੀ ਸੰਗਤ ਵਿੱਚ ਅਕਸਰ ਵਚਨ ਕਰਿਆ ਕਰਦੇ ਸਨ ਕਿ ਸਾਡਾ ਅਸਲ ਪਰਿਵਾਰ ਦਇਆ ਰੂਪੀ ਮਾਂ ਹੈ, ਸੰਤੋਖ ਰੂਪੀ ਪਿਓ, ਗਿਆਨ ਤੇ ਧਰਮ ਰੂਪੀ ਪੁੱਤ ਤੇ ਧੀਰਜ ਰੂਪੀ ਧੀ। ਗੁਰਬਾਣੀ ਵਿੱਚ ਵੀ ਇਸ ਪਰਥਾਏ ਬਚਨ ਹਨ। ਧੌਲ ਧਰਮ ਦਿਆ ਕਾ ਪੂਤ, ਸੰਤੋਖ ਥਾਪ ਰਖਿਆ ਜਿਨ ਸੂਤ, ਤਥਾ ਸੰਤੋਖ ਪਿਤਾ ਕਰ ਗੁਰਪੁਰਖ ਅਜਨਮਾ। ਇਹ ਅਦੁੱਤੀ ਤੇ ਅਧਿਆਤਮਕ ਵਿਚਾਰਾਂ ਸੁਣ ਕੇ ਬ੍ਰਹਮਚਾਰੀ ਸੰਤ ਤੇ ਉਸ ਦੇ ਸੇਵਕਾਂ ਨੇ ਬਾਬਾ ਜੀ ਨੂੰ ਬੜੇ ਸਤਿਕਾਰ ਨਾਲ ਨਮਸਕਾਰ ਕੀਤੀ।
ਗੁਰ ਇਤਿਹਾਸ ਵਿੱਚ ਵੀ ਇਸ ਪ੍ਰਥਾ ਦਾ ਜ਼ਿਕਰ ਆਉਂਦਾ ਹੈ ਕਿ ਜਿਸ ਵੇਲੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਉਦਾਸੀ ਕਰਕੇ ਘਰ ਆਏ ਤੇ ਫਿਰ ਦੂਸਰੀ ਉਦਾਸੀ ਉੱਤੇ ਜਾਣ ਦੀ ਤਿਆਰੀ ਕਰਨ ਲੱਗੇ ਤਾਂ ਮਾਤਾ ਤ੍ਰਿਪਤਾ ਜੀ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਆਏ। ਮਾਤਾ ਜੀ ਕਹਿਣ ਲੱਗੇ ਕਿ ਪੁੱਤ, ਤੂੰ ਕਈ ਦਿਨ ਘਰ ਨਹੀਂ ਵੜਦਾ, ਕੀ ਤੈਨੂੰ ਆਪਣੀ ਮਾਤਾ ਦੀ ਵੀ ਯਾਦ ਨਹੀਂ ਆਉਂਦੀ? ਕੀ ਤੈਨੂੰ ਆਪਣੇ ਪਿਤਾ ਦੀ ਵੀ ਯਾਦ ਨਹੀਂ ਆਉਂਦੀ? ਗੁਰੂ ਨਾਨਕ ਸਾਹਿਬ ਜੀ ਕਹਿੰਦੇ ਕਿ ਮਾਤਾ ਜੀ, ਯਾਦ ਤਾਂ ਆਵੇ ਜੇ ਮੈਂ ਕਦੇ ਆਪਣੀ ਮਾਤਾ ਤੋਂ ਦੂਰ ਹੋਇਆ ਹੋਵਾਂ। ਮਾਤਾ ਤ੍ਰਿਪਤਾ ਜੀ ਹੈਰਾਨ ਹੋ ਕੇ ਕਹਿੰਦੇ ਕਿ ਪੁੱਤ ਨਾਨਕ, ਮੈਂ ਤੇ ਤੇਰਾ ਚਿਹਰਾ ਦੇਖਣ ਨੂੰ ਵੀ ਤਰਸ ਜਾਂਦੀ ਹਾਂ। ਤੂੰ ਕਈ ਦਿਨ ਘਰ ਨਹੀਂ ਆਉਂਦਾ। ਤੂੰ ਕਹਿੰਦਾ ਹੈ ਕਿ ਮੈਂ ਆਪਣੀ ਮਾਤਾ ਤੋਂ ਕਦੇ ਦੂਰ ਹੋਇਆ ਹੀ ਨਹੀਂ। ਕਿਤੇ ਤੂੰ ਕੋਈ ਹੋਰ ਮਾਂ ਤੇ ਨਹੀਂ ਬਣਾ ਲਈ? ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਕਿ ਮਾਤਾ ਜੀ, ਇਹ ਤਾਂ ਸਰੀਰ ਦੇ ਰਿਸ਼ਤੇ ਹਨ, ਇਹ ਸਾਡਾ ਅਸਲ ਪਰਿਵਾਰ ਨਹੀਂ। ਸਾਡਾ ਅਸਲ ਪਰਿਵਾਰ ਕੋਈ ਹੋਰ ਹੈ। ਗੁਰੂ ਨਾਨਕ ਪਾਤਸ਼ਾਹ ਜੀ ਨੇ ਫਿਰ ਰਾਗ ਗੌੜੀ ਵਿੱਚ ਸ਼ਬਦ ਉਚਾਰਨ ਕੀਤਾ ਤੇ ਦੱਸਿਆ ਕਿ ਸਾਡਾ ਅਸਲ ਪਰਿਵਾਰ ਇਹ ਸਤ, ਸੰਤੋਖ, ਦਇਆ, ਉਦਮ, ਚੰਗੀ ਸੁਰਤ, ਸੁਚੱਜੀ ਜ਼ਿੰਦਗੀ, ਸੇਵਾ ਰੂਪੀ ਆਦਿਕ ਚੰਗੇ ਗੁਣ ਹਨ। ਗੁਰੂ ਸਾਹਿਬ ਜੀ ਸ਼ਬਦ ਬਖਸ਼ਿਸ਼ ਕਰਦੇ ਹਨ। ਗੌੜੀ ਮਹੱਲਾ ਪਹਿਲਾ। ਮਾਤਾ ਮਤ ਪਿਤਾ ਸੰਤੋਖ, ਸਤ ਭਾਈ ਕਰ ਇਹ ਵਿਸੇਖ। ਕਹਿਣਾ ਹੈ ਕਿਛ ਕਹਿ ਨਾ ਜਾਏ, ਤੋ ਕੁਦਰਤ ਕੀਮਤ ਨਹੀਂ ਪਾਏ ਰਹਾਓ। ਸਰਮ ਸੁਰਤ ਦੋਏ ਸਸੁਰ ਭਏ, ਕਰਨੀ ਕਾਮਨ ਕਰ ਮਨ ਲਏ। ਸਾਹਾ ਸੰਜੋਗ ਵਿਆਹ ਵਿਜੋਗ, ਸੱਚ ਸੰਤਤ ਕਹੋ ਨਾਨਕ ਜੋਗ। ਭੇਖੀ ਸਾਧੂ ਨੂੰ ਉਪਦੇਸ਼। ਇੱਕ ਵੇਰਾ ਇੱਕ ਭੇਖੀ ਸਾਧੂ ਨਾਲ ਵੀ ਬਾਬਾ ਜੀ ਦੀ ਭੇਂਟ ਹੋਈ ਸੀ। ਬਾਬਾ ਜੀ ਉਸ ਸਾਧੂ ਦੇ ਦਰਸ਼ਨ ਕਰਨ ਲਈ ਉਸ ਦੇ ਆਸ਼ਰਮ ਵਿਖੇ ਆਏ। ਇਹ ਸਾਧੂ ਥੋੜ੍ਹਾ ਭੇਖ ਦਾ ਸਾਧੂ ਸੀ। ਇਸ ਨੇ ਸੂਰਜ ਦੇ ਮੱਥੇ ਨਾ ਲੱਗਣ ਦਾ ਪ੍ਰਣ ਧਾਰਿਆ ਹੋਇਆ ਸੀ ਤੇ ਜ਼ਮੀਨ ਵਿੱਚ ਭੋਰਾ ਬਣਾ ਕੇ ਰਹਿੰਦਾ ਸੀ। ਪਾਤਸ਼ਾਹ ਵੀ ਵਚਨ ਕਰਦੇ ਹਨ ਕਿ ਜਗਤ ਉੱਤੇ ਐਸੇ ਅਡੰਬਰਾਂ ਦਾ ਬਹੁਤ ਵਿਸਤਾਰ ਹੈ, ਪਰ ਇਹ ਸਭ ਅਡੰਬਰ ਝੂਠੇ ਹਨ। ਬਚਨ ਹੈ, ਲੱਖ ਅਡੰਬਰ ਬਹੁਤ ਵਿਸਤਾਰਾ, ਨਾਮ ਬਿਨਾ ਝੂਠੇ ਪਾਸਾਰਾ। ਬਾਬਾ ਜੀ ਆਸ਼ਰਮ ਵਿਖੇ ਆਏ ਤੇ ਸਾਧੂ ਜੀ ਨੂੰ ਨਮਸਕਾਰ ਕੀਤੀ। ਸਰਦੀਆਂ ਦੇ ਦਿਨ ਸਨ। ਸਾਧੂ ਨੇ ਬੇਨਤੀ ਕੀਤੀ, ਬਾਬਾ ਜੀ ਤੁਸੀਂ ਭੋਰੇ ਵਿੱਚ ਹੀ ਆ ਜਾਓ। ਸੰਤ ਜੀ ਤੁਸੀਂ ਇੱਥੇ ਆ ਜਾਓ, ਦੇਖੋ ਕਿੰਨੀ ਸੋਹਣੀ ਅੱਜ ਧੁੱਪ ਲੱਗੀ ਹੈ, ਬੜਾ ਆਨੰਦ ਬਣਿਆ ਹੈ ਅੱਜ ਤੇ। ਨਾ ਬਾਬਾ ਜੀ, ਮੈਂ ਨਹੀਂ ਬਾਹਰ ਆ ਸਕਦਾ, ਮੈਂ ਸੂਰਜ ਦੇ ਮੱਥੇ ਨਹੀਂ ਲੱਗਣਾ। ਮੁਸਕਰਾ ਕੇ ਬਾਬਾ ਜੀ, ਸੰਤ ਜੀ ਸੂਰਜ ਵੀ ਤੇ ਰੋਸ਼ਨੀ ਹੀ ਦਿੰਦਾ ਹੈ। ਆਹ ਜਿਹੜਾ ਪਿਓ ਜਿੱਡਾ ਬਲਬ ਲਾਇਆ ਇਹ ਕਾਹਦੇ ਵਾਸਤੇ ਲਾਇਆ? ਇਹਨਾਂ ਭੇਖਾਂ ਵਿੱਚੋਂ ਕੁਝ ਕੀ ਲੱਭਦੇ ਹੋ? ਕੁਝ ਨਹੀਂ ਮਿਲਣਾ ਇਹਨਾਂ ਵਿੱਚੋਂ। ਬਚਨ ਵੀ ਹੈ, ਉਪਾਏ ਕਿਤੇ ਨਾ ਲੱਭਣੀ, ਕਰ ਭੇਖ ਤੱਕੇ ਭੇਖਵਾਨੀ। ਤਥਾ ਭੇਖੀ ਅਗਨ ਨਾ ਬੁਝਈ, ਚਿੰਤਾ ਹੈ ਮਨ ਮਾਹੇ। ਵਰਮੀ ਮਾਰੀ ਸਾਪ ਨਾ ਮਰੈ, ਤਿਉ ਨਿਗੁਰੇ ਕਰਮ ਕਮਾਹੇ। ਬਾਬਾ ਜੀ ਦਾ ਜਵਾਬ ਸੁਣ ਕੇ ਉਹ ਸਾਧੂ ਠਠੰਬਰ ਗਿਆ। ਉਹ ਜਾਣ ਗਿਆ ਕਿ ਕੋਈ ਪੂਰਨ ਮਹਾਂਪੁਰਖ ਹਨ ਤੇ ਇਹਨਾਂ ਨੇ ਮੇਰਾ ਭੇਤ ਜਾਣ ਲਿਆ ਹੈ। ਉਹ ਚੁੱਪ ਹੀ ਰਿਹਾ। ਬਾਬਾ ਜੀ ਨੇ ਫਿਰ ਰਮਜ ਭਰਿਆ ਬਚਨ ਉਸ ਸਾਧੂ ਨੂੰ ਕੀਤਾ, ਸੰਤ ਜੀ ਕੁੜੀ ਜਦ ਵਿਆਹੀ ਜਾਵੇ ਤਾਂ ਫਿਰ ਉਹ ਗੁੱਡੀਆਂ ਪਟੋਲਿਆਂ ਨਾਲ ਨਹੀਂ ਖੇਡਦੀ। ਬਚਨ ਵੀ ਹੈ, ਅਨਕ ਅਡੰਬਰ ਮਾਇਆ ਕੇ ਬਿਰਥੇ, ਤਾਸਿਓ ਪ੍ਰੀਤ ਘਟਾਵੋ। ਜੋ ਆਪਣੋ ਸੁਆਮੀ ਸੁਖ ਮਾਨੈ, ਤਾਂ ਮੈਂ ਸ਼ੋਭਾ ਪਾਵੋ। ਭਾਵ ਇਹਨਾਂ ਗੁੱਡੀਆਂ ਪਟੋਲਿਆਂ ਵਿੱਚ ਮਨੁੱਖ ਉਦੋਂ ਤੱਕ ਹੀ ਰਹਿੰਦਾ ਹੈ ਜਦ ਤੱਕ ਉਹ ਧਰਮ ਦੀ ਦੁਨੀਆ ਵਿੱਚ ਬਾਲਕ ਹੈ। ਵਰਤ ਰੱਖਣੇ, ਚਿਲੇ ਕੱਟਣੇ, ਜਪ ਮਾਲੀਆਂ ਪਾਉਣੀਆਂ, ਨੰਗੇ ਪੈਰੀ ਚੱਲਣਾ ਆਦਿਕ ਕਰਮ ਕਾਂਡ ਗੁੱਡੀਆਂ ਪਟੋਲੇ ਹੀ ਹਨ। ਇਹ ਬਾਲਕਾਂ ਦੀ ਹੀ ਖੇਡ ਹੈ। ਬਾਬੁਲ ਕੈ ਘਰ ਬੇਟੜੀ, ਬਾਲੀ ਬਾਲੈ ਨੇ। ਜੇ ਲੋੜ ਹੈ ਵਰ ਕਾਮਣੀ, ਸਤਿਗੁਰ ਸੇਵੈ ਤੇ। ਮਨੁੱਖ ਧਰਮ ਦੀ ਦੁਨੀਆ ਵਿੱਚ ਜਵਾਨ ਹੋ ਜਾਵੇ, ਭਾਵ ਸਿਖਰ 'ਤੇ ਪਹੁੰਚ ਜਾਵੇ, ਉਦੋਂ ਇਹ ਗੁੱਡੀਆਂ ਪਟੋਲੇ ਅਡੰਬਰ ਹੀ ਜਾਪਦੇ ਹਨ। ਉੱਥੇ ਇਹਨਾਂ ਗੁੱਡੀਆਂ ਪਟੋਲਿਆਂ ਦੀ ਕੋਈ ਜਗ੍ਹਾ ਨਹੀਂ, ਕੋਈ ਥਾਂ ਨਹੀਂ। ਤਥਾ ਕੁੜੀ ਕੁਆਰੀ ਹੁੰਦੀ ਹੈ ਤਾਂ ਉਹ ਗੁੱਡੀਆਂ ਪਟੋਲਿਆਂ ਨਾਲ ਖੇਡਦੀ ਹੈ, ਪਰ ਵਿਆਹੀ ਜਾਵੇ ਤਾਂ ਫਿਰ ਇਹ ਖੇਡ ਨਹੀਂ ਰਹਿੰਦੀ।
ਇਸੇ ਤਰ੍ਹਾਂ ਹੀ ਮਨੁੱਖ ਜਦ ਤੱਕ ਸੰਸਾਰੀ ਹੈ ਉਹ ਇਹਨਾਂ ਅਡੰਬਰਾਂ ਵਿੱਚ ਪਿਆ ਰਹਿੰਦਾ ਹੈ, ਪਰ ਜਦ ਪ੍ਰੀਤਮ ਸ਼ੌਹ ਦੇ ਨਾਲ ਮੇਲਾ ਹੋ ਜਾਂਦਾ ਹੈ ਤਾਂ ਉਦੋਂ ਇਹਨਾਂ ਅਡੰਬਰਾਂ ਦੀ ਕੋਈ ਜਗ੍ਹਾ ਨਹੀਂ ਰਹਿ ਜਾਂਦੀ। ਉੱਥੇ ਰੰਗ ਰਤੜੀ ਰੂਹ ਨਾਮ ਰੰਗ ਵਿੱਚ ਹੀ ਰੰਗੀ ਰਹਿੰਦੀ ਹੈ। ਬਚਨ ਵੀ ਹੈ, ਰਾਮ ਨਾਮ ਰੰਗ ਰਤਿਆ ਭਾਰ ਨਾ ਭਰਮ ਤਿਨਾ। ਸੂਰਜ ਚੜ੍ਹਦੇ ਤੇ ਸੂਰਜ ਢਲਦੇ ਦਾ ਤੇ ਪਰਛਾਵਾਂ ਹੁੰਦਾ ਹੈ, ਪਰ ਸਿਖਰ ਦੇ ਸੂਰਜ ਦਾ ਕਦੇ ਪਰਛਾਵਾਂ ਨਹੀਂ ਹੁੰਦਾ। ਇਸੇ ਤਰ੍ਹਾਂ ਧਰਮੀ ਪੁਰਖ ਜਦ ਸਿਖਰ 'ਤੇ ਹੋਵੇ ਤਾਂ ਉੱਥੇ ਕੋਈ ਅਡੰਬਰ ਨਹੀਂ ਹੁੰਦਾ, ਕੇਵਲ ਤੇ ਕੇਵਲ ਪਰਮੇਸ਼ਵਰ ਦਾ ਨਾਮ ਰੰਗ ਹੀ ਹੁੰਦਾ ਹੈ। ਇਹ ਅਦੁੱਤੀ ਉਪਦੇਸ਼ ਬਾਬਾ ਜੀ ਨੇ ਉਸ ਸਾਧੂ ਨੂੰ ਬਖਸ਼ਿਸ਼ ਕੀਤਾ ਤੇ ਅਡੰਬਰਾਂ ਵੱਲੋਂ ਵਰਜਿਆ। ਵਾਹਿਗੁਰੂ ਪਰਮੇਸ਼ਵਰ ਦੇ ਪ੍ਰੇਮ ਰੰਗ ਵਿੱਚ ਰੰਗੇ ਜਾਣ ਦਾ ਬਚਨ ਕੀਤਾ। ਪਾਤਸ਼ਾਹ ਵੀ ਬਚਨ ਕਰਦੇ ਹਨ ਕਿ ਕਾਮਨ ਪਿਰ ਮਨ ਮਾਨਿਆ ਤਉ ਬਣਿਆ ਸੀਗਾਰ, ਕੀਆ ਤਉ ਪ੍ਰਵਾਨ ਹੈ ਜਾ ਸੋ ਧਰੇ ਪਿਆਰ। ਗਿਆਨੀ ਦਰਬਾਰਾ ਸਿੰਘ ਜੀ ਗ੍ਰੰਥੀ ਪ੍ਰਥਾਏ ਬਚਨ। ਬਾਬਾ ਜੀ ਦੇ ਉਪਦੇਸ਼ ਬੜੇ ਪ੍ਰੇਰਨਾਮਈ ਹੁੰਦੇ ਸਨ ਤੇ ਗੁਰਬਾਣੀ ਦੀ ਰੋਸ਼ਨੀ ਵਿੱਚ ਹੁੰਦੇ ਸਨ। ਗਿਆਨੀ ਦਰਬਾਰਾ ਸਿੰਘ ਜੀ ਪ੍ਰਥਾਏ ਵੀ ਬਾਬਾ ਜੀ ਨੇ ਐਸਾ ਹੀ ਸਿਧਾਂਤਕ ਉਪਦੇਸ਼ ਕੀਤਾ ਸੀ। ਗਿਆਨੀ ਜੀ ਪਾਠੀ ਸਿੰਘ ਦੀ ਡਿਊਟੀ ਨਿਭਾਉਂਦੇ ਸਨ। ਬਜ਼ੁਰਗ ਹੋਏ ਤਾਂ ਸਰੀਰਕ ਤੌਰ 'ਤੇ ਰੋਗੀ ਹੋ ਗਏ, ਮੰਜੇ ਤੋਂ ਵੀ ਉੱਠਿਆ ਨਹੀਂ ਜਾਂਦਾ ਸੀ। ਸਿਹਤ ਇੰਨੀ ਢਿੱਲੀ ਹੋ ਗਈ ਕਿ ਕੁਝ ਖਾਧਾ ਵੀ ਨਾ ਜਾਵੇ। ਇੱਕ ਦਿਨ ਬਾਬਾ ਜੀ ਆਏ ਹੋਏ ਸਨ ਤਾਂ ਗਿਆਨੀ ਜੀ ਦੇ ਪਰਿਵਾਰ ਵਾਲਿਆਂ ਨੇ ਬੇਨਤੀ ਕੀਤੀ ਕਿ ਬਾਬਾ ਜੀ, ਗਿਆਨੀ ਜੀ ਦੀ ਹਾਲਤ ਬਹੁਤ ਖਰਾਬ ਹੈ, ਕੁਝ ਖਾਧਾ ਪੀਤਾ ਨਹੀਂ ਜਾਂਦਾ ਤੇ ਸਵਾਸ ਵੀ ਅੜੇ ਹੋਏ ਹਨ। ਆਪ ਜੀ ਕਿਰਪਾ ਕਰੋ, ਸਤਿਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੋ ਕਿ ਇਹਨਾਂ ਦੇ ਸਵਾਸ ਨਿਕਲ ਜਾਣ। ਬਾਬਾ ਜੀ ਉਹਨਾਂ ਨੂੰ ਕਹਿੰਦੇ, ਭਾਈ ਮਰਨ ਦੀ ਅਰਦਾਸ ਨਹੀਂ ਕਦੇ ਕਿਸੇ ਦੀ ਕੀਤੀ ਤੇ ਨਾ ਹੀ ਕਦੇ ਕਰਨੀ ਹੈ। ਆਉਣਾ ਜਾਣਾ ਵਾਹਿਗੁਰੂ ਦੇ ਹੁਕਮ ਵਿੱਚ ਹੈ, ਉਸ ਦੇ ਹੁਕਮ ਵਿੱਚ ਅਸਾਂ ਖਲਾ ਨਹੀਂ ਪਾਉਣੀ। ਬਚਨ ਵੀ ਹੈ, ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ। ਸੰਗਤ ਦੇ ਮਨ ਵਿੱਚ ਸ਼ੰਕਾ ਸੀ ਕਿ ਗਿਆਨੀ ਜੀ ਨੇ ਤਾਂ ਸਾਰੀ ਜ਼ਿੰਦਗੀ ਗੁਰੂ ਘਰ ਵਿੱਚ ਪਾਠੀ ਸਿੰਘ ਵਜੋਂ ਸੇਵਾ ਕੀਤੀ ਹੈ, ਫਿਰ ਇਹਨਾਂ 'ਤੇ ਇੰਨਾ ਕਸ਼ਟ ਕਿਉਂ ਆਇਆ ਹੈ। ਬਾਬਾ ਜੀ ਨੇ ਸੰਗਤ ਨੂੰ ਬਚਨ ਕੀਤਾ ਕਿ ਗਿਆਨੀ ਜੀ ਗੁਰਦੁਆਰਾ ਸਾਹਿਬ ਵਿਖੇ ਪਾਠੀ ਸਨ। ਇਹਨਾਂ ਨੇ ਲੋੜ ਤੋਂ ਵੱਧ ਪਦਾਰਥ ਛਕ ਕੇ ਆਪਣਾ ਅੰਨ ਜਲ ਪਹਿਲਾਂ ਹੀ ਖਤਮ ਕਰ ਲਿਆ, ਪਰ ਸਵਾਸ ਅਜੇ ਬਾਕੀ ਰਹਿੰਦੇ ਹਨ। ਖਾਣ ਪੀਣ ਦਾ ਕੋਟਾ ਤਾਂ ਪੂਰਾ ਹੋ ਗਿਆ, ਪਰ ਸਵਾਸਾਂ ਦਾ ਕੋਟਾ ਅਜੇ ਬਾਕੀ ਹੈ। ਇਸ ਲਈ ਸਰੀਰ ਦੀ ਹਾਲਤ ਹੁਣ ਇਹੋ ਜਿਹੀ ਬਣ ਗਈ ਹੈ ਕਿ ਇਹਨਾਂ ਕੋਲੋਂ ਕੁਝ ਖਾਧਾ ਪੀਤਾ ਨਹੀਂ ਜਾਂਦਾ, ਪਰ ਰਹਿੰਦੇ ਸਵਾਸ ਭੋਗਣੇ ਹੀ ਪੈਣੇ ਹਨ। ਇਹ ਘਟਨੇ ਵਧਣੇ ਨਹੀਂ। ਪਾਤਸ਼ਾਹ ਵੀ ਬਚਨ ਕਰਦੇ ਹਨ, ਘਣ ਘਾਲੇ ਸਭ ਦਿਵਸ ਸਾਸ ਨੈ ਬੜਨ ਘਟਨ ਤਿਲਸਾਰ। ਜੀਵਨ ਲੋ ਰਹਿ ਭਰਮ ਮੋਹ ਨਾਨਕ ਤੇਊ ਗਵਾਰ। ਜਿਸ ਦਿਨ ਸਵਾਸਾਂ ਦਾ ਕੋਟਾ ਪੂਰਾ ਹੋ ਗਿਆ, ਇਹਨਾਂ ਨੇ ਆਪੇ ਸੰਸਾਰ ਨੂੰ ਫਤਿਹ ਬੁਲਾ ਜਾਣੀ ਹੈ। ਬਾਬਾ ਫਰੀਦ ਜੀ ਵੀ ਸਮਝਾਉਂਦੇ ਹਨ ਕਿ ਇਹ ਇਨਸਾਨ ਜਿਸ ਦਿਨ ਇਸ ਮਾਤ ਲੋਕ 'ਤੇ ਆਉਂਦਾ ਹੈ, ਉਸ ਦੇ ਸਵਾਸ ਉਸੇ ਦਿਨ ਹੀ ਲਿਖੇ ਜਾਂਦੇ ਹਨ ਤੇ ਉਹਨਾਂ ਸਵਾਸਾਂ ਦਾ ਕੋਟਾ ਪੂਰਾ ਹੁੰਦਿਆਂ ਹੀ ਮਨੁੱਖ ਇਸ ਸੰਸਾਰ ਤੋਂ ਸੁਰਖਰੂ ਹੋ ਜਾਂਦਾ ਹੈ। ਜਿਤ ਦਿਹਾੜੈ ਧਨਵਰੀ ਸਾਹੇ ਲਏ ਲਿਖਾਏ। ਮਲਕ ਜੇ ਕੰਨੀ ਸੁਣੀਦਾ ਮੋਹ ਦੇਖਾਲੇ ਆਏ। ਜਿੰਦ ਨ ਮਾਣੀ ਕੱਢੀਐ ਹੱਡਾਂ ਕੂ ਕੜਕਾਏ। ਸਾਹੇ ਲਿਖੇ ਨਾ ਚੱਲਣੀ ਜਿੰਦੂ ਕੂ ਸਮਝਾਏ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭਾਈ ਜੋਧ ਰਾਏ ਜੀ ਨੂੰ ਵੀ ਵਚਨ ਕੀਤਾ ਸੀ ਕਿ ਪਰਮੇਸ਼ਵਰ ਨੇ ਜੋ ਸਵਾਸ ਬਖਸ਼ਿਸ਼ ਕੀਤੇ ਹਨ ਉਹ ਉਨੇ ਹੀ ਰਹਿਣੇ ਹਨ। ਭਾਈ ਜੋਧ, ਇਹ ਨਾ ਇੱਕ ਘਟਨਾ ਹੈ ਤੇ ਨਾ ਹੀ ਇੱਕ ਵਧਣਾ ਹੈ। ਜਿੰਨੇ ਸਵਾਸ ਪਰਮੇਸ਼ਵਰ ਨੇ ਦਿੱਤੇ ਹਨ ਉਸ ਦਾ ਕੋਈ ਮਨੋਰਥ ਹੈ, ਉਹ ਕੋਈ ਭੁੱਲ ਨਾਲ ਘੱਟ ਵੱਧ ਨਹੀਂ ਦਿੰਦਾ। ਭਾਈ ਜੋਧ, ਜੇਤਕ ਸਵਾਸ ਲੈਨ ਹੈ ਲਿਖੈ, ਤੇਤਕ ਲੇਤ ਜੀਅਤ ਤਿਨ ਬਿਖੈ। ਬਹੁਰ ਨਾ ਹੋਵੇ ਅਲਪ ਉਧਾਰਾ, ਕਰਨਾ ਹਾਰ ਨਾ ਭੂਲਣ ਹਾਰਾ। ਗੰਦਨ ਮੈਨ ਰਤਾ ਹਿਤਕਾਰੀ। ਇਸੇ ਇਲਾਕੇ ਦੇ ਪਿੰਡ ਇਬਰਾਹੀਮਵਾਲ ਨਜ਼ਦੀਕ ਨਡਾਲਾ ਜ਼ਿਲ੍ਹਾ ਕਪੂਰਥਲਾ ਵਿਖੇ ਵੀ ਬਾਬਾ ਜੀ ਹਾਜ਼ਰੀ ਭਰਨ ਲਈ ਆਏ ਸੀ। ਇੱਥੇ ਇੱਕ ਪਰਿਵਾਰ ਨੇ ਆਪਣੇ ਘਰ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਰਖਵਾਏ ਹੋਏ ਸਨ।
ਉਹਨਾਂ ਨੇ ਬਾਬਾ ਜੀ ਨੂੰ ਵੀ ਹਾਜ਼ਰੀ ਭਰਨ ਲਈ ਬੇਨਤੀ ਕੀਤੀ। ਬਾਬਾ ਜੀ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ 'ਤੇ ਹਾਜ਼ਰੀ ਭਰਨ ਲਈ ਆਏ। ਜਥੇਦਾਰ ਦਰਸ਼ਨ ਸਿੰਘ ਜੀ ਮੰਡੀ ਰੋਡ ਵੀ ਬਾਬਾ ਜੀ ਦੇ ਨਾਲ ਸਨ। ਬਾਬਾ ਜੀ ਦਾ ਇਹ ਨੇਮ ਸੀ ਕਿ ਬਾਬਾ ਜੀ ਭੋਗ ਪੈਣ ਤੋਂ ਪਹਿਲਾਂ ਹੀ ਆ ਜਾਂਦੇ ਸਨ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਸ਼ਲੋਕ ਮਹੱਲਾ 9ਵਾਂ ਸੰਗਤ ਵਿੱਚ ਬੈਠ ਕੇ ਸਰਵਣ ਕਰਦੇ ਹੁੰਦੇ ਸਨ। ਜੈਸੇ ਬਚਨ ਵੀ ਹੈ ਜਨ ਕੀ ਭੂਖ ਤੇਰਾ ਨਾਮ ਆਹਾਰ, ਤੂੰ ਦਾਤਾ ਪ੍ਰਭ ਦੇਵਨਹਾਰ, ਰਾਮ ਰਮਤ ਸੰਤਨ ਸੁਖ ਮਾਨਾ, ਨਾਨਕ ਦੇਵਨਹਾਰ ਸੁਜਾਨਾ। ਉਪਰੰਤ ਸੰਗਤੀ ਰੂਪ ਵਿੱਚ ਅਰਦਾਸ ਵਿੱਚ ਸ਼ਾਮਲ ਹੁੰਦੇ ਸਨ। ਭੋਗ ਤੋਂ ਉਪਰੰਤ ਗੁਰੂ ਸਾਹਿਬ ਜੀ ਜੋ ਹੁਕਮਨਾਮਾ ਸਾਹਿਬ ਬਖਸ਼ਿਸ਼ ਕਰਦੇ ਸਨ, ਬਾਬਾ ਜੀ 10-15 ਮਿੰਟ ਲਈ ਉਸੇ ਸ਼ਬਦ ਦੀ ਵਿਚਾਰ ਦੀ ਹਾਜ਼ਰੀ ਲਵਾਉਂਦੇ ਸਨ ਤੇ ਸੰਗਤ ਨੂੰ ਗੁਰਬਾਣੀ ਨਾਲ ਜੁੜਨ ਦਾ ਉਪਦੇਸ਼ ਦਿੰਦੇ ਸਨ। 8 ਪੈਰ ਹਰ ਕਾ ਨਾਮ ਲੈ, ਸੱਚ ਉਪਦੇਸ਼ ਸੇਵਕ ਕੋ ਦੇ। ਬਾਬਾ ਜੀ ਨੇ ਅਰਦਾਸ ਉਪਰੰਤ ਸ਼ਬਦ ਵਿਚਾਰ ਦੀ ਹਾਜ਼ਰੀ ਲਵਾਈ। ਉਸ ਉਪਰੰਤ ਭੋਗ ਪਾਏ ਗਏ ਤੇ ਗੁਰੂ ਕਾ ਲੰਗਰ ਵਰਤਿਆ। ਬਾਬਾ ਜੀ ਨੇ ਵੀ ਲੰਗਰ ਪਾਣੀ ਛਕਿਆ। ਇਤਨੇ ਨੂੰ ਹੀ ਘਰ ਵਾਲਿਆਂ ਤੇ ਸਾਕ ਸੰਬੰਧੀਆਂ ਨੇ ਸਪੀਕਰ ਵਿੱਚ ਗੀਤ ਲਾ ਦਿੱਤੇ। ਬਚਨ ਵੀ ਹੈ ਗੰਦਨ ਵੈਨ ਸੁਨਹਿ ਉਰਝਾਵਹਿ, ਨਾਮ ਲੈਤ ਅਲਕਾਇਆ, ਨਿੰਦ ਚਿੰਦ ਕੋ ਬਹੁਤ ਉਮਾਹਿਓ, ਬੂਝੀ ਉਲਟਾਇਆ। ਗੀਤ ਵੱਜਿਆ। ਲੰਬੜਾ ਦਾ ਮੁੰਡਾ ਬੋਲੀ ਹੋਰ ਬੋਲਦਾ। ਬਾਬਾ ਜੀ ਜਥੇਦਾਰ ਜੀ ਨੂੰ ਕਹਿੰਦੇ, ਚੱਲ ਪੁੱਤ ਆਪਾਂ ਚੱਲੀਏ ਹੁਣ, ਇੱਥੇ ਤੇ ਹੁਣ ਲੰਬੜਾ ਦਾ ਮੁੰਡਾ ਆ ਗਿਆ। ਬਾਬਾ ਜੀ ਫਿਰ ਉੱਥੋਂ ਵਾਪਸ ਆ ਗਏ। ਸਾਡੀ ਦੁਨਿਆਵੀ ਜੀਵਾਂ ਦੀ ਅੱਜ ਕੱਲ੍ਹ ਐਸੀ ਦਸ਼ਾ ਹੋ ਗਈ ਹੈ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੀ ਅਜੇ ਘਰ ਵਿੱਚ ਹੀ ਹੁੰਦੇ ਹਨ ਤੇ ਅਸੀਂ ਇਹ ਗੀਤ ਲਾ ਦਿੰਦੇ ਹਾਂ, ਮਾਸ ਸ਼ਰਾਬ ਆਦਿਕ ਸ਼ੁਰੂ ਕਰ ਦਿੰਦੇ ਹਾਂ। ਭੋਰਾ ਵੀ ਡਰ ਗੁਰੂ ਸਾਹਿਬ ਜੀ ਦਾ ਸਾਡੀ ਖਲੜੀ ਵਿੱਚ ਨਹੀਂ ਰਿਹਾ। ਅੰਮ੍ਰਿਤ ਬਾਣੀ ਜਿਸ ਨੇ ਸਾਨੂੰ ਖੁਸ਼ੀਆਂ ਦਿੱਤੀਆਂ, ਜਿਸ ਬਾਣੀ ਦਾ ਜਾਪ ਕਰਕੇ ਅਸੀਂ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕਰਨਾ ਸੀ, ਗੰਦਨ ਵੈਨ ਲਾ ਕੇ ਅਸੀਂ ਇਸ ਅੰਮ੍ਰਿਤ ਬਾਣੀ ਦਾ ਹੀ ਨਿਰਾਦਰ ਕਰੀ ਜਾਂਦੇ ਹਾਂ। ਆਪਣੇ ਜੀਵਨ ਨੂੰ ਅਨਰਥ ਵੱਲ ਲੈ ਕੇ ਜਾ ਰਹੇ ਹਾਂ। ਪਾਤਸ਼ਾਹ ਵੀ ਬਚਨ ਕਰਦੇ ਹਨ, ਗੰਦਨ ਵੈਨ ਰੱਤਾ ਹਿਤਕਾਰੀ, ਸ਼ਬਦੈ ਸੁਰਤ ਨਾ ਆਈ, ਰੰਗ ਨਾ ਰਾਤਾ ਰਸ ਨਹੀਂ ਭੇਦਿਆ, ਮਨਮੁਖ ਪਤ ਗਵਾਈ। ਬਾਬਾ ਜੀ ਦੇ ਜੀਵਨ ਦੀ ਇਹ ਸਾਖੀ ਇਸ ਦਾ ਪ੍ਰਤੱਖ ਪ੍ਰਮਾਣ ਹੈ ਕਿ ਜਿੱਥੇ ਐਸੇ ਗੀਤ ਵੱਜਣ ਲੱਗ ਪੈਣ ਉੱਥੇ ਰੱਬ ਦੇ ਪਿਆਰੇ ਨਹੀਂ ਠਹਿਰਦੇ। ਤੇ ਸੋਚੀਏ ਭਲਾ ਐਸੀ ਜਗ੍ਹਾ ਤੇ ਰੱਬ ਕਿਵੇਂ ਠਹਿਰੇਗਾ, ਰੱਬ ਕਿਵੇਂ ਨਿਵਾਸ ਕਰੇਗਾ। 2 ਘੜੀ ਦੀ ਅਸਥਾਈ ਖੁਸ਼ੀ ਵਾਸਤੇ ਸਦੀਵੀ ਬਖਸ਼ਿਸ਼ਾਂ ਤੋਂ ਵਾਂਝੇ ਨਾ ਰਹਿ ਜਾਈਏ। ਕੋਈ ਪ੍ਰੇਰਨਾ ਲਈਏ ਮਹਾਂਪੁਰਖਾਂ ਦੀ ਇਸ ਸਾਖੀ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।